ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਵਰ ਦਾ, ਜਿਸ ਨੇ ਇੱਕ ਵਾਰ ਫਿਰ ਤੁਹਾਡੇ ਨਾਲ ਪਰਮੇਸ਼ਵਰ ਦੇ ਜਿਉਂਦੇ ਵਚਨ ਵੰਡਣ ਦਾ ਮੌਕਾ ਦਿੱਤਾ। ਅੱਜ ਅਸੀਂ ਪਰਮੇਸ਼ਵਰ ਦੇ ਸੇਵਕਾਂ ਦੇ ਬਾਰੇ ਦੇਖਦੇ ਹਾਂ। ਸੇਵਕ ਕਲੀਸਿਆ ਔਰ ਵਿਸ਼ਵਾਸੀਆਂ ਦੇ ਲਈ ਅਨਮੋਲ ਹੀਰਿਆਂ ਦੀ ਤਰ੍ਹਾਂ ਹਨ ਅਤੇ ਸੰਸਾਰ ਦੇ ਲਈ ਬੇਸ਼ਕੀਮਤੀ ਤੋਹਫਾ ਹਨ। ਅਜਿਹਾ ਹੋਣ ਦੇ ਬਾਵਜੂਦ ਜਦੋਂ ਅਸੀਂ ਸਮਾਜ ਵਿੱਚ ਆਸੇ-ਪਾਸੇ ਝਾਤੀ ਮਾਰਦੇ ਹਾਂ, ਸੇਵਕਾਂ ਦੇ ਘਰਾਂ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਆ ਗਈਆਂ ਨੇ। ਕੁਝ ਸੇਵਕ ਪਰਮੇਸ਼ਵਰ ਦੇ ਪਿਆਰੇ ਹੋ ਚੁੱਕੇ ਹਨ, ਭਾਵ ਇਸ ਸੰਸਾਰ 'ਚੋਂ ਕੂਚ ਕਰ ਗਏ ਨੇ, ਔਰ ਕਈ ਜਗ੍ਹਾ ਦੇ ਉੱਤੇ ਸੇਵਕਾਂ ਦੇ ਉੱਤੇ ਹਮਲਿਆਂ ਦੀਆਂ ਵੀ ਖਬਰਾਂ ਆਈਆਂ ਹਨ। ਅਜਿਹੇ ਹਾਲਾਤਾਂ ਦੇ ਵਿੱਚ ਵਿਸ਼ਵਾਸੀਆਂ ਨੂੰ ਕੀ ਕਰਨਾ ਚਾਹੀਦਾ ਹੈ, ਇਸ ਉੱਤੇ ਅੱਜ ਥੋੜ੍ਹਾ ਧਿਆਨ ਦਿੰਦੇ ਹਾਂ। ਵਿਸ਼ਵਾਸੀਆਂ ਦੇ ਧਿਆਨ ਤੋਂ ਪਹਿਲਾਂ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਸੇਵਕ ਹੁੰਦੇ ਕੌਣ ਹਨ। ਅਜ਼ੀਜ਼ੋ, ਸੇਵਕਾਂ ਨੂੰ ਪਰਮੇਸ਼ਵਰ ਆਪਣੇ ਮਕਸਦ ਦੇ ਲਈ ਸੱਦਦੇ ਹਨ। ਇਬਰਾਨੀਆਂ 5:4 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਅਤੇ ਕੋਈ ਆਪਣੇ ਆਪ ਇਹ ਇੱਜ਼ਤ ਨਹੀਂ ਲੈਂਦਾ ਹੈ, ਪਰ ਤਦੋਂ ਜਦ ਹਾਰੂਨ ਦੀ ਨਿਆਈ ਪਰਮੇਸ਼ਵਰ ਦਾ ਬੁਲਾਇਆ ਹੋਇਆ ਹੋਵੇ। ਇਸ ਵਚਨ ਦਾ ਅਰਥ ਹੈ ਕਿ ਸੇਵਕਾਂ ਨੂੰ ਸੱਦਣ ਵਾਲਾ ਪਰਮੇਸ਼ਵਰ ਹੀ ਹੈ। ਸੰਸਾਰ ਦੇ ਵਿੱਚ ਪਰਮੇਸ਼ਵਰ ਦੇ ਮਕਸਦ ਨੂੰ ਪੂਰਾ ਕਰਨ ਵਾਸਤੇ ਪਰਮੇਸ਼ਵਰ ਨੇ ਆਪਣੇ ਇਕਲੌਤੇ ਪੁੱਤਰ ਪ੍ਰਭੂ ਯਿਸੂ ਮਸੀਹ ਨੂੰ ਧਰਤੀ ਦੇ ਉੱਤੇ ਭੇਜਿਆ। ਪਰਮੇਸ਼ਵਰ ਦੇ ਸੱਦੇ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਸੇਵਕਾਂ ਨੂੰ ਆਪ ਚੁਣਦੇ ਹਨ। ਯੋਹੰਨਾ ਦੀ ਅੰਜੀਲ 15 ਅਧਿਆਏ ਦੇ 16 ਵਚਨ ਵਿੱਚ ਇਸ ਤਰ੍ਹਾਂ ਲਿਖਿਆ ਹੈ, ਤੁਸਾਂ ਮੈਨੂੰ ਨਹੀਂ ਚੁਣਿਆ, ਪਰ ਮੈਂ ਤੁਹਾਨੂੰ ਚੁਣਿਆ ਅਤੇ ਤੁਹਾਨੂੰ ਠਹਿਰਾਇਆ ਸੀ ਜੋ ਤੁਸੀਂ ਜਾ ਕੇ ਫਲਦਾਰ ਹੋਵੋ। ਪਰਮੇਸ਼ਵਰ ਦੇ ਮਕਸਦ ਨੂੰ ਪੂਰਾ ਕਰਨ ਦੇ ਲਈ ਯਿਸੂ ਮਸੀਹ ਸੇਵਕਾਂ ਦੀ ਚੋਣ ਕਰਦੇ ਹਨ। ਲੂਕਾ 6:12 ਦੇ ਵਿੱਚ ਲਿਖਿਆ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਪੂਰੀ ਰਾਤ ਪ੍ਰਾਰਥਨਾ ਕਰਨ ਤੋਂ ਬਾਅਦ, ਭਾਵ ਪਰਮੇਸ਼ਵਰ ਦੇ ਨਾਲ ਪ੍ਰਾਰਥਨਾ ਦੇ ਦੁਆਰਾ ਵਾਰਤਾਲਾਪ ਕਰਨ ਤੋਂ ਬਾਅਦ 12 ਰਸੂਲਾਂ ਨੂੰ, ਭਾਵ ਸੇਵਕਾਂ ਨੂੰ ਇਸ ਮਕਸਦ ਨੂੰ ਪੂਰਾ ਕਰਨ ਦੇ ਲਈ ਚੁਣਿਆ। ਪ੍ਰਭੂ ਯਿਸੂ ਦੀਆਂ ਨਜ਼ਰਾਂ ਦੇ ਵਿੱਚ ਸੇਵਕ ਬਹੁਤ ਜ਼ਿਆਦਾ ਕੀਮਤੀ ਹਨ। ਇਹਨਾਂ ਸੇਵਕਾਂ ਦੇ ਅੱਗੇ ਪ੍ਰਭੂ ਯਿਸੂ ਮਸੀਹ ਨੇ ਆਪਣੇ ਆਪ ਨੂੰ ਅਤ ਹਲੀਮ ਕੀਤਾ। ਯੋਹੰਨਾ 13:14 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਸੋ ਜੇ ਮੈਂ ਗੁਰੂ ਹੋ ਕੇ ਤੁਹਾਡੇ ਪੈਰ ਧੋਤੇ ਹਨ, ਤਾਂ ਤੁਹਾਨੂੰ ਵੀ ਇੱਕ ਦੂਸਰੇ ਦੇ ਲਈ ਹਲੀਮ ਹੋਣਾ ਚਾਹੀਦਾ ਹੈ ਔਰ ਇੱਕ ਦੂਜੇ ਦੀ ਇੱਜ਼ਤ ਕਰਨੀ ਚਾਹੀਦੀ ਹੈ। ਪ੍ਰਭੂ ਯਿਸੂ ਮਸੀਹ ਨੇ ਆਪਣੇ ਆਪ ਨੂੰ ਆਪਣੇ ਸੇਵਕਾਂ ਦੇ ਸਾਹਮਣੇ ਕਿੰਨਾ ਹਲੀਮ ਕੀਤਾ। ਚਾਹੇ ਪ੍ਰਭੂ ਯਿਸੂ ਮਸੀਹ ਮਾਲਕ ਸਨ ਔਰ ਪਰਮੇਸ਼ਵਰ ਦੇ ਪੁੱਤਰ ਸਨ, ਪਰ ਫਿਰ ਵੀ ਚੇਲਿਆਂ ਦੇ ਪੈਰ ਧੋਤੇ। ਇਸ ਦਾ ਅਰਥ ਇਹ ਆ ਕਿ ਚੇਲਿਆਂ ਨੇ ਕੁਝ ਖਾਸ ਕੰਮ ਕਰਨੇ ਸਨ। ਯੋਹੰਨਾ 13 ਦੇ ਵਿੱਚ ਇਸ ਗੱਲ ਨੂੰ ਨਮੂਨੇ ਦੇ ਤੌਰ ਤੇ ਲਿਖਿਆ ਹੈ। ਨਮੂਨੇ ਦਾ ਭਾਵ ਜੋ ਯਿਸੂ ਨੇ ਕੀਤਾ ਉਹੀ ਚੇਲਿਆਂ ਨੇ ਕਰਨਾ ਸੀ। ਰਸੂਲਾਂ ਦੇ ਕਰਤੱਵ 4 ਅਧਿਆਏ ਦੀ 30 ਵਚਨ ਵਿੱਚ, ਜਦੋਂ ਤੂੰ ਆਪਣਾ ਹੱਥ ਚੰਗਾ ਕਰਨ ਨੂੰ ਲੰਮਾ ਕਰੇ ਅਤੇ ਤੇਰੇ ਪਵਿੱਤਰ ਸੇਵਕ ਯਿਸੂ ਦੇ ਨਾਮ ਤੋਂ ਨਿਸ਼ਾਨ ਅਤੇ ਅਚੰਭੇ ਪ੍ਰਗਟ ਹੋਣ। ਅਜ਼ੀਜ਼ੋ, ਇਸ ਵਚਨ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੂੰ ਇੱਕ ਉੱਤਮ ਸੇਵਕ ਦਾ ਦਰਜਾ ਦਿੱਤਾ ਗਿਆ। ਸੋ ਇਸ ਵਾਇਸ ਵਿੱਚ ਅਸੀਂ ਸੇਵਕ ਸ਼ਬਦ ਹੀ ਇਸਤੇਮਾਲ ਕਰਾਂਗੇ। ਯਿਸੂ ਮਸੀਹ ਨੇ ਇਸ ਸੰਸਾਰ ਦੇ ਵਿੱਚ ਮੁੱਖ ਕੰਮ ਕਿਹੜਾ ਕੀਤਾ ਜੋ ਸੇਵਕਾਂ ਨੇ ਅੱਗੇ ਕਰਨਾ ਸੀ। ਰਸੂਲਾਂ ਦੇ ਕਰਤੱਵ 10 ਅਧਿਆਏ ਦੇ 38 ਵਚਨ ਵਿੱਚ ਇਸ ਤਰ੍ਹਾਂ ਲਿਖਿਆ ਹੈ, ਅਰਥਾਤ ਯਿਸੂ ਨਾਸਰੀ
ਭਾਈ ਪਰਮੇਸ਼ਵਰ ਨੇ ਕਿਸ ਵਿਧ ਨਾਲ ਉਹਨੂੰ ਪਵਿੱਤਰ ਆਤਮਾ ਅਤੇ ਸਮਰੱਥਾ ਨਾਲ ਮਸਾ ਕੀਤਾ ਜੋ ਉਹ ਭਲਾ ਕਰਦਾ ਅਤੇ ਸਭਨਾਂ ਨੂੰ ਜੋ ਸ਼ੈਤਾਨ ਦੇ ਕਾਬੂ ਕੀਤੇ ਹੋਏ ਸਨ ਚੰਗਾ ਕਰਦਾ ਫਿਰਿਆ, ਕਿਉਂ ਜੋ ਪਰਮੇਸ਼ਵਰ ਉਹਦੇ ਨਾਲ ਸੀ। ਇਸ ਜਗ੍ਹਾ 'ਤੇ ਅਸੀਂ ਪ੍ਰਭੂ ਯਿਸੂ ਮਸੀਹ ਦਾ ਮੁੱਖ ਕੰਮ ਇਹ ਵੇਖਦੇ ਹਾਂ। ਪ੍ਰਭੂ ਯਿਸੂ ਮਸੀਹ ਸ਼ੈਤਾਨ ਦੇ ਕਾਬੂ ਕੀਤੇ ਗਏ ਪਰਿਵਾਰਾਂ ਨੂੰ ਚੰਗੇ ਕਰਦੇ ਫਿਰਿਆ, ਉਹਨਾਂ ਨੂੰ ਸ਼ੈਤਾਨ ਦੀ ਕੈਦ ਵਿੱਚੋਂ ਛਡਾਇਆ। ਹੁਣ ਸੇਵਕ ਹੀਰਿਆਂ ਦੀ ਤਰ੍ਹਾਂ ਕਿਉਂ ਹਨ? ਕਿਉਂਕਿ ਇਹ ਸੇਵਕ ਵੀ ਇਹੀ ਕੰਮ ਕਰਦੇ ਹਨ ਜੋ ਸ਼ੈਤਾਨ ਦੇ ਚੁੰਗਲ ਦੇ ਵਿੱਚ ਪਰਿਵਾਰ ਫਸੇ ਹਨ। ਉਹਨਾਂ ਨੂੰ ਪ੍ਰਾਰਥਨਾ ਦੇ ਦੁਆਰਾ ਔਰ ਵਚਨ ਦੀ ਸਮਰੱਥਾ ਦੇ ਦੁਆਰਾ ਸੇਵਕ ਛਡਾਉਂਦੇ ਹਨ। ਅਪਸੀਆਂ 6:12 ਵਿੱਚ ਸੰਤ ਪੌਲਸ ਇਸ ਗੱਲ ਨੂੰ ਸਪਸ਼ਟ ਕਰਦੇ ਹਨ, ਕਿਉਂ ਜੋ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ, ਸਗੋਂ ਹਕੂਮਤਾਂ, ਅਖਤਿਆਰਾਂ ਅਤੇ ਇਸ ਅੰਧਕੂਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਾਵਾਂ ਨਾਲ ਹੁੰਦੀ ਹੈ ਜੋ ਸੁਰਗੀ ਥਾਵਾਂ ਵਿੱਚ ਹਨ। ਇਸ ਦਾ ਅਰਥ ਇਹ ਹੈ ਜੋ ਯਿਸੂ ਮਸੀਹ ਨੇ ਕੀਤਾ, ਸੇਵਕ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਉਹੀ ਕੰਮ ਕਰਦੇ ਆਏ ਹਨ। ਪਰਿਵਾਰਾਂ ਨੂੰ ਸ਼ੈਤਾਨ ਦੀਆਂ ਤਾਕਤਾਂ ਤੋਂ ਆਜ਼ਾਦ ਕਰਦੇ ਆਏ ਹਨ, ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਸੇਵਕਾਂ ਨੂੰ ਇਹ ਪ੍ਰਾਰਥਨਾ ਸਿਖਾਈ ਹੈ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਯਹੀ ਸੁਰਗ ਵਿੱਚ ਪੂਰੀ ਹੁੰਦੀ ਹੈ, ਜ਼ਮੀਨ ਉੱਤੇ ਵੀ ਹੋਵੇ। ਪ੍ਰਕਾਸ਼ ਦੀ ਪੋਥੀ 12:12 ਵਿੱਚ ਇਹ ਲਿਖਿਆ ਹੈ, ਧਰਤੀ ਅਤੇ ਸਮੁੰਦਰ ਨੂੰ ਹਾਏ ਹਾਏ ਇਸ ਲਈ ਜੋ ਸ਼ੈਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹਨੂੰ ਵੱਡਾ ਕ੍ਰੋਧ ਹੈ, ਕਿਉਂ ਜੋ ਉਹ ਜਾਣਦਾ ਹੈ ਭਾਈ ਮੇਰਾ ਸਮਾਂ ਥੋੜ੍ਹਾ ਹੀ ਰਹਿੰਦਾ ਹੈ। ਸੋ ਜਦੋਂ ਸੇਵਕ ਪਰਿਵਾਰਾਂ ਨੂੰ ਸ਼ੈਤਾਨ ਦੇ ਚੁੰਗਲ 'ਚੋਂ ਛਡਾਉਂਦੇ ਹਨ ਅਤੇ ਧਰਤੀ ਉੱਤੇ ਪਰਮੇਸ਼ਵਰ ਦਾ ਰਾਜ ਸਥਾਪਿਤ ਕਰਦੇ ਹਨ ਤਾਂ ਸ਼ੈਤਾਨ ਕ੍ਰੋਧਿਤ ਹੁੰਦਾ ਹੈ। ਇਸ ਲਈ ਸੇਵਕ ਫਰੰਟ ਲਾਈਨ 'ਤੇ ਹਨ। ਜਿਹੜਾ ਫਰੰਟ ਲਾਈਨ 'ਤੇ ਹੋਵੇ ਸ਼ੈਤਾਨ ਨਾਲ ਲੜਨ ਦੇ ਲਈ ਤਾਂ ਉਸ ਉੱਤੇ ਨੈਚੁਰਲੀ ਹੈ ਕਿ ਸ਼ੈਤਾਨ ਜ਼ਿਆਦਾ ਹਮਲੇ ਕਰੇਗਾ। ਇੱਕ ਤਾਂ ਸੇਵਕ ਸ਼ੈਤਾਨ ਦੇ ਨਾਲ ਲੜਦੇ ਨੇ, ਦੂਸਰਾ ਧਰਤੀ ਦੇ ਉੱਤੇ ਸ਼ਾਂਤੀ ਮੰਗਦੇ ਨੇ, ਤੀਸਰਾ ਡਿੱਗਿਆਂ ਨੂੰ ਸਹਾਰਾ ਦਿੰਦੇ ਹਨ, ਚੌਥਾ ਜੇਕਰ ਕੋਈ ਵਿਸ਼ਵਾਸੀ ਅਣਆਗਿਆਕਾਰੀ ਦਾ ਸ਼ਿਕਾਰ ਹੁੰਦਾ ਹੈ ਤਾਂ ਸੇਵਕ ਰੋਂਦੇ ਹਨ। ਲੋਕਾਂ ਦੀਆਂ ਤਾਂ ਅੱਖਾਂ ਰੋਂਦੀਆਂ ਹਨ ਪਰ ਸੇਵਕ ਦਾ ਦਿਲ ਰੋਂਦਾ ਹੈ। ਪੰਜਵਾਂ ਆਪਣੇ ਪਰਿਵਾਰ ਦੀਆਂ ਚਿੰਤਾਵਾਂ ਔਰ ਜ਼ਰੂਰਤਾਂ ਨੂੰ ਛੱਡ ਕੇ ਲੋਕਾਂ ਦੇ ਹਰ ਰੋਜ਼ ਦੁੱਖ ਸੁਣਦੇ ਹਨ। ਇਹਨਾਂ ਸਾਰੀਆਂ ਗੱਲਾਂ ਤੋਂ ਇਲਾਵਾ ਉਹ ਪਰਮੇਸ਼ਵਰ ਦੀ ਬਾਣੀ ਸੁਣਾਉਂਦੇ ਹਨ। ਦੂਸਰਾ ਕਰੰਥੀਆਂ 5:18 ਦੇ ਅਨੁਸਾਰ, ਪਰ ਸਾਰੀਆਂ ਗੱਲਾਂ ਪਰਮੇਸ਼ਵਰ ਤੋਂ ਹਨ ਜਿਹਨੇ ਮਸੀਹ ਦੇ ਰਾਹੀਂ ਸਾਨੂੰ ਆਪਣੇ ਨਾਲ ਮਿਲਾ ਲਿਆ ਅਤੇ ਮਿਲਾਪ ਦੀ ਸੇਵਕਾਈ ਸਾਨੂੰ ਦਿੱਤੀ। ਅਜ਼ੀਜ਼ੋ, ਪਰਮੇਸ਼ਵਰ ਦੇ ਸੱਚੇ ਸੇਵਕਾਂ ਦੇ ਕੋਲ ਉਹ ਮਿਲਾਪ ਦਾ ਪੈਗਾਮ ਹੈ ਜੋ ਸੁਣਾ ਕੇ ਉਹਨਾਂ ਅਜ਼ੀਜ਼ ਲੋਕਾਂ ਦਾ ਜੋ ਦੁਖੀ, ਬਿਮਾਰ ਅਤੇ ਪਰੇਸ਼ਾਨ ਹਨ, ਉਹਨਾਂ ਦਾ ਮਿਲਾਪ ਪਰਮੇਸ਼ਵਰ ਨਾਲ ਕਰਾਉਂਦੇ ਹਨ। ਇਹਨਾਂ ਕੰਮਾਂ ਨੂੰ ਵੇਖਦੇ ਹੋਏ ਹੁਣ ਅਸੀਂ ਕਹਿ ਸਕਦੇ ਹਾਂ ਕਿ ਸੇਵਕ ਅਨਮੋਲ ਤੋਹਫਾ ਅਤੇ ਹੀਰੇ ਦੇ ਤਰ੍ਹਾਂ ਚਮਕਣ ਵਾਲੇ ਹਨ। ਹੁਣ ਅਸੀਂ ਵੇਖਦੇ ਹਾਂ ਵਿਸ਼ਵਾਸੀ ਕੌਣ ਹੁੰਦੇ ਹਨ। ਵਿਸ਼ਵਾਸੀ ਉਹ ਜੋ ਪਰਮੇਸ਼ਵਰ ਦੇ ਵਚਨ 'ਤੇ ਪੂਰਾ ਵਿਸ਼ਵਾਸ ਕਰਦੇ ਹਨ। ਦੂਸਰਾ, ਜਿਵੇਂ ਵਿਦਿਆਰਥੀ ਟੀਚਰ ਦੇ ਕੋਲੋਂ ਸਿੱਖਿਆ ਲੈਂਦਾ ਹੈ ਔਰ ਟੀਚਰ ਦੀ ਅਗਵਾਈ ਵਿੱਚ ਚੱਲਦਾ ਹੈ, ਟੀਚਰ ਦੀ ਅਗਵਾਈ ਵਿੱਚ ਚੱਲਣ ਵਾਲੇ ਨੂੰ ਵਿਦਿਆਰਥੀ ਆਖਿਆ ਜਾਂਦਾ ਹੈ, ਉਸੇ ਤਰ੍ਹਾਂ ਸੇਵਕ ਦੀ ਅਗਵਾਈ ਵਿੱਚ ਚੱਲਣ ਵਾਲੇ ਨੂੰ ਹੀ ਵਿਸ਼ਵਾਸੀ ਆਖਿਆ ਜਾਂਦਾ ਹੈ। ਇਸ ਦੀ ਉਦਾਹਰਨ ਵਿਵਸਥਾ ਸਾਰ 1:38 ਦੇ ਵਿੱਚ ਵੇਖੀ ਜਾ ਸਕਦੀ ਹੈ। ਪਰਮੇਸ਼ਵਰ ਨੇ ਮੂਸਾ ਨੂੰ ਕਿਹਾ, ਨੂਨ ਦਾ ਪੁੱਤਰ ਯਹੋਸ਼ਿਆ ਜਿਹੜਾ ਤੇਰੇ ਅੱਗੇ ਖੜਾ ਹੈ ਉਹ ਉੱਥੇ ਵੜੇਗਾ, ਕਿਉਂਕਿ
ਜਦੋਂ ਮਿਸਰ ਦੇ ਵਿੱਚੋਂ ਇਸਰਾਏਲੀ ਲੋਕ ਨਿਕਲੇ ਸਨ 6 ਲੱਖ ਸਨ, ਸਿਰਫ ਕੈਲਬ ਤੇ ਯਹੋਸ਼ਿਆ ਹੀ ਮੂਸਾ ਦੇ ਸਾਹਮਣੇ ਵਿਸ਼ਵਾਸਯੋਗ ਨਿਕਲੇ। ਸੋ ਕਲੀਸਿਆ ਵਿੱਚ ਲੋਕ ਤੇ ਬਹੁਤ ਹੋ ਸਕਦੇ ਨੇ, ਪਰ ਯਹੋਸ਼ਿਆ ਤੇ ਕਾਲਬ ਕੋਈ ਹੀ ਬਣ ਸਕਦਾ ਹੈ ਜੋ ਮਿਰਾਸ ਵੰਡਣ ਵਾਲੇ ਹੋ ਸਕਦੇ ਹਨ, ਔਰ ਸਵਰਗ ਜਾਣ ਵਾਲੇ ਵੀ ਉਹੀ ਹੋਣਗੇ ਜੋ ਸੇਵਕ ਦੀ ਗਵਾਹੀ ਦੇ ਵਿੱਚ ਚੱਲਦੇ ਰਹਿਣਗੇ। ਜੇਕਰ ਸੇਵਕ ਇੰਨੀ ਮਿਹਨਤ ਤੇ ਕੰਮ ਕਰਦੇ ਹਨ, ਉਹ ਕੰਮ ਕਰਦੇ ਹਨ ਜੋ ਸੰਸਾਰ ਦੇ ਦੂਸਰੇ ਲੋਕ ਨਹੀਂ ਕਰ ਸਕਦੇ, ਕਿਉਂਕਿ ਸ਼ੈਤਾਨ ਨਾਲ ਲੜਨਾ ਔਰ ਉਹਦੀ ਚੁੰਗਲ ਦੇ ਵਿੱਚ ਲੋਕਾਂ ਨੂੰ ਛਡਾਉਣਾ ਆਸਾਨ ਗੱਲ ਨਹੀਂ। ਫਿਰ ਵਿਸ਼ਵਾਸੀਆਂ ਦੇ ਵੀ ਕੁਝ ਫਰਜ਼ ਹਨ। ਇਬਰਾਨੀਆਂ 13:17 ਦੇ ਅਨੁਸਾਰ ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ। ਰੋਮੀਆਂ 12:13 ਅਨੁਸਾਰ ਸੰਤਾਂ ਦੀਆਂ ਲੋੜਾਂ ਦੇ ਸਾਂਝੀ ਬਣੋ। ਅਫਸੀਆਂ 6:18 ਅਨੁਸਾਰ ਇਹਦੇ ਨਿਮਿਤ ਸਾਰਿਆਂ ਸੰਤਾਂ ਲਈ ਬਹੁਤ ਤਕੜਾਈ ਅਤੇ ਬੇਨਤੀ ਨਾਲ ਜਾਗਦੇ ਰਹੋ। ਵਿਸ਼ਵਾਸੀ ਰਸੂਲਾਂ ਦੇ ਕਿਤਾਬ 12 ਅਧਿਆਇ ਜ਼ਰੂਰ ਪੜ੍ਹਨ। ਉਸ ਵਿੱਚ ਜਦੋਂ ਪਤਰਸ ਦੇ ਉੱਤੇ ਸਮੱਸਿਆ ਆਉਂਦੀ ਹੈ ਔਰ ਕਲੀਸਿਆ ਜਾ ਕੇ ਪ੍ਰਾਰਥਨਾ ਕਰਦੀ ਹੈ, ਜਦੋਂ ਪ੍ਰਾਰਥਨਾ ਕਰਦੀ ਹੈ ਤਾਂ ਸਵਰਗ ਦੇ ਦੂਤ ਆ ਕੇ ਪਤਰਸ ਨੂੰ ਕੈਦ ਦੇ ਵਿੱਚੋਂ ਛਡਾ ਦਿੰਦੇ ਹਨ। ਇਸ ਲਈ ਜੇਕਰ ਵਿਸ਼ਵਾਸੀ ਆਪਣੇ ਫਰਜ਼ ਨੂੰ ਨਿਭਾਉਣਗੇ ਤਾਂ ਸੇਵਕਾਂ ਨੂੰ ਸੁੱਖ ਸ਼ਾਂਤੀ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਰਹੇਗੀ। ਮੈਂ ਸੇਵਕਾਂ ਦੇ ਹੌਸਲੇ ਤੇ ਦਿਲਾਸੇ ਦੇ ਲਈ ਇੱਕ ਵਚਨ ਬੋਲਦਾ ਹਾਂ। ਯੂਹੰਨਾ ਦੀ ਅੰਜੀਲ ਉਸ ਦੇ 12 ਅਧਿਆਏ ਦੀ 26 ਵਚਨ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਗਿਆ ਹੈ। ਪ੍ਰਭੂ ਯਿਸੂ ਮਸੀਹ ਨੇ ਆਖਿਆ, ਜੇ ਕੋਈ ਮੇਰੀ ਸੇਵਾ ਕਰੇ ਤਾਂ ਮੇਰੇ ਪਿੱਛੇ ਹੋ ਤੁਰੇ, ਅਰ ਜਿੱਥੇ ਮੈਂ ਹਾਂ ਮੇਰਾ ਸੇਵਕ ਵੀ ਉੱਥੇ ਹੋਵੇਗਾ। ਜੇ ਕੋਈ ਮੇਰੀ ਸੇਵਾ ਕਰੇ ਤਾਂ ਪਿਤਾ ਉਹਦਾ ਆਦਰ ਕਰੇਗਾ। ਇਸ ਵੀਡੀਓ ਦੇ ਵਿੱਚ ਇਸ ਵਚਨ ਦੇ ਨਾਲ ਮੈਂ ਪਰਮੇਸ਼ਵਰ ਦੇ ਬੇਸ਼ਕੀਮਤੀ ਹੀਰਿਆਂ ਵਰਗੇ ਸੇਵਕਾਂ ਦੇ ਲਈ ਪ੍ਰਾਰਥਨਾ ਵੀ ਕਰਦਾ ਹਾਂ ਔਰ ਇਹ ਵਚਨ ਵੀ ਦੱਸਦਾ ਹਾਂ ਕਿ ਪਰਮੇਸ਼ਵਰ ਔਰ ਯਿਸੂ ਦੀਆਂ ਨਜ਼ਰਾਂ ਦੇ ਵਿੱਚ ਸੇਵਕ ਬਹੁਤ ਕੀਮਤੀ ਹਨ ਔਰ ਪਰਮੇਸ਼ਵਰ ਉਹਨਾਂ ਦਾ ਆਦਰ ਕਰੇਗਾ। ਮੇਰੇ ਵੱਲੋਂ ਔਰ ਸਾਡੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੈ ਮਸੀਹ ਦੀ। ਸੇਵਕਾਂ ਨੂੰ ਪਰਮੇਸ਼ਵਰ ਬਹੁਤ ਜ਼ਿਆਦਾ ਵਧਾਏ ਔਰ ਆਪਣੇ ਰਾਜ ਦੇ ਲਈ ਇਸਤੇਮਾਲ ਕਰੇ। ਆਮੀਨ।